नॉवल बाय थॉमस हार्डी। इस नॉवल के बारे आपां गल करन जा रहे हाँ। ये नॉवल लिखा गया सी 1894 यानी कि 19वीं सेंचुरी विच 19वीं सदी दे विच। It was published in the form of serial. It was the last completed novel by the author, that is by Thomas Hardy. ਉਹਨਾਂ ਦਾ ਨਾਵਲ ਜੋ ਕਿ ਇੱਕ ਸੀਰੀਅਲ ਦੀ ਫਾਰਮ ਦੇ ਵਿੱਚ ਪਬਲਿਸ਼ ਕੀਤਾ ਗਿਆ ਸੀ ਇਨ ਦ ਮੈਗਜ਼ੀਨ, ਉਹਨੂੰ ਇੱਕ ਬੁੱਕ ਦੀ ਫਾਰਮ ਵਿੱਚ 1895 ਵਿੱਚ ਪਬਲਿਸ਼ ਕੀਤਾ ਗਿਆ। ਹੁਣ ਆਪਾਂ ਇਸ ਦੀ ਸਟੋਰੀ ਵੱਲ ਵਧਦੇ ਹਾਂ। The story starts in the setting at Wessex, a fictional town during Victorian age in England. जो थॉमस हार्डी सन, ਉਹਨਾਂ ਦਾ ਇਹ ਮਨਪਸੰਦ ਫਿਕਸ਼ਨਲ ਟਾਊਨ ਸੀ ਵੈਸੈਕਸ। ਉਹ ਜ਼ਿਆਦਾਤਰ ਆਪਣੇ ਨੋਵਲਸ ਦੇ ਵਿੱਚ ਉਹਨਾਂ ਨੇ ਇਸੇ ਦਾ ਹੀ ਜ਼ਿਕਰ ਕੀਤਾ ਹੈ। ਐਜ਼ ਯੂਜੂਅਲ ਇਹ ਨੋਵਲ ਦੇ ਵਿੱਚ ਵਿਕਟੋਰੀਅਨ ਏਜ ਦੇ ਦੌਰਾਨ ਜੋ ਵੀ ਚੇਂਜਸ ਚੱਲ ਰਹੀਆਂ ਸਨ ਉਹਦੇ ਅਕੋਰਡਿੰਗਲੀ ਹੀ ਨੋਵਲ ਦੀ ਸੈਟਿੰਗ ਹੈ ਔਰ ਨੋਵਲ ਦੇ ਬਾਰੇ ਸਟੋਰੀ ਡਿਵੈਲਪ ਹੁੰਦੀ ਹੈ। ਸੋ ਦ ਸਟੋਰੀ starts in the setting at Wessex and during Victorian age in England. उस टाइम पे Queen Victoria दा राज सी। Jude is the main character of the novel, main protagonist है गया। At the beginning of the novel, he is only 11 years old. ते 19 साल दा ਇਹ ਲੰਬਾ ਪੀਰੀਅਡ ਦਿਖਾਇਆ ਗਿਆ ਹੈ ਨੋਵਲ ਦੇ ਵਿੱਚ, ਕਿਉਂਕਿ ਅੰਤ ਵਿੱਚ ਉਹ 30 ਸਾਲ ਦੇ ਹੁੰਦੇ ਹਨ ਜਦੋਂ ਕਿ ਉਹਨਾਂ ਦੀ ਮੌਤ ਹੋ ਜਾਂਦੀ ਹੈ। ਜੂਡ ਦੇ ਬਾਰੇ ਦੱਸਿਆ ਗਿਆ ਹੈ ਕਿ ਜੂਡ ਇਜ਼ ਅ ਪੂਅਰ ਔਰਫਨ ਐਂਡ ਅ ਪਿਟੀਏਬਲ ਪਰਸਨ। ਉਸਦੀ ਹਾਲਤ ਬਹੁਤ ਹੀ ਤਰਸਯੋਗ ਹੈ। ਉਹ ਇੱਕ ਅਨਾਥ ਬੱਚਾ ਹੈ, ਬਹੁਤ ਗਰੀਬ ਹੈ। ਉਸਦੀ ਗ੍ਰੇਟ ਗ੍ਰੈਂਡ ਆਂਟ ਉਸਨੂੰ ਪਾਲ ਰਹੀ ਹੈ। ਉਹ ਬੇਕਰੀ ਸ਼ਾਪ ਰਨ ਕਰਦੀ ਹੈ ਜਿੱਥੇ ਕਿ ਜੂਡ ਕੰਮ ਕਰਦਾ ਹੈ। ਉਹ ਉੱਥੇ ਹੀ ਡ੍ਰੀਮਸ ਆਫ ਸਟੱਡਿੰਗ ਇਨ ਅ ਨੀਅਰ ਬਾਏ ਯੂਨੀਵਰਸਿਟੀ। ਜਿਹੜਾ ਜੂਡ ਹੈ ਉਹ ਸਕੂਲ ਦੇ ਦੌਰਾਨ ਆਪਣੇ ਇੱਕ ਟੀਚਰ ਰਿਚਰਡ ਫਿਲਿਪਸਨ ਤੋਂ ਬਹੁਤ ਪ੍ਰਭਾਵਿਤ ਹੋਇਆ, ਜਿਸ ਨੇ ਉਹਨੂੰ ਮੋਟੀਵੇਟ ਕੀਤਾ ਕਿ ਉਹ ਅੱਗੇ ਪੜ੍ਹ ਕੇ ਯੂਨੀਵਰਸਿਟੀ ਦੇ ਵਿੱਚ ਦਾਖਲਾ ਲਵੇ। ਇਸ ਕਰਕੇ ਉਹ ਸੁਪਨੇ ਲੈਂਦਾ ਹੈ ਕਿ ਉਹ ਇਸ ਯੂਨੀਵਰਸਿਟੀ ਦੇ ਵਿੱਚ ਪੜ੍ਹੇਗਾ। His teacher, Richard Phillotson, has sparked this interest in Jude's mind. Richard Phillotson was a school teacher earlier and used to teach Jude during his childhood. Jude began to read classical languages and literature due to this inspiration. ਜਦੋਂ ਸਕੂਲ ਦੇ ਵਿੱਚੋਂ ਰਿਚਰਡ ਫਿਲਟਸਨ ਚਲੇ ਗਏ, ਉਸ ਤੋਂ ਬਾਅਦ ਜਦੋਂ ਸਕੂਲ ਦੀ ਪੜ੍ਹਾਈ ਜੂਡ ਨੇ ਪੂਰੀ ਕਰ ਲਈ, ਉਸ ਤੋਂ ਬਾਅਦ ਉਹਨੂੰ ਉਸ ਟੀਚਰ ਤੋਂ ਇੰਨੀ ਜ਼ਿਆਦਾ ਪ੍ਰੇਰਨਾ ਮਿਲੀ ਕਿ ਉਸਨੇ ਖੁਦ ਹੀ ਯੂਨੀਵਰਸਿਟੀ 'ਚ ਐਡਮਿਸ਼ਨ ਲੈਣ ਦੀ ਖਾਤਰ ਕਲਾਸੀਕਲ ਲੈਂਗੁਏਜਸ ਤੇ ਲਿਟਰੇਚਰ ਪੜ੍ਹਨਾ ਸ਼ੁਰੂ ਕਰ ਦਿੱਤਾ। But later on he gets diverted due to a girl named Arabella. ਇੱਥੇ ਜੂਡ ਦੀ ਜ਼ਿੰਦਗੀ ਦੇ ਵਿੱਚ ਇੱਕ ਟਵਿਸਟ ਆਉਂਦਾ ਹੈ। ਉਹ ਆਪਣੇ ਗੋਲ ਤੋਂ ਭਟਕ ਜਾਂਦਾ ਹੈ, ਉਸਦਾ ਧਿਆਨ ਭਟਕ ਜਾਂਦਾ ਹੈ ਕਿਉਂਕਿ ਇੱਕ ਲੜਕੀ ਐਰਾਬੈਲਾ ਉਸਦੀ ਜ਼ਿੰਦਗੀ ਦੇ ਵਿੱਚ ਆਉਂਦੀ ਹੈ। ਐਰਾਬੈਲਾ ਇੱਕ ਲੂਜ਼ ਕੈਰੈਕਟਰਡ ਗਰਲ ਹੈ, ਉਹ ਹਰੇਕ ਨਾਲ ਫਲਰਟ ਕਰਦੀ ਹੈ। She starts living with Jude. Jude ਉਸਨੂੰ ਪਿਆਰ ਕਰਨ ਲੱਗ ਜਾਂਦਾ ਹੈ ਅਤੇ ਦੋਨੋਂ ਇਕੱਠੇ ਰਹਿਣ ਲੱਗ ਜਾਂਦੇ ਹਨ। Anne poses that she has become pregnant. ਉਹ ਝੂਠ-ਮੂਠ ਹੀ ਜੂਡ ਨੂੰ ਕਹਿੰਦੀ ਹੈ ਕਿ ਉਸਦੇ ਜੂਡ ਦਾ ਬੇਬੀ ਹੋਣ ਵਾਲਾ ਹੈ। Jude marries her under pressure. ਉਹ ਇੰਨਾ ਉਸਨੂੰ ਪ੍ਰੈਸ਼ਰਾਈਜ਼ ਕਰ ਦਿੰਦੀ ਹੈ ਕਿ ਮੇਰੇ ਨਾਲ ਸ਼ਾਦੀ ਕਰਾ, ਤਾਂ ਜੂਡ ਨੂੰ ਉਸਦੇ ਨਾਲ ਵਿਆਹ ਕਰਾਉਣਾ ਹੀ ਪੈਂਦਾ ਹੈ। ਲੇਕਿਨ ਇਹ ਮੈਰਿਜ ਇੱਕ ਟੋਟਲ ਫੇਲਿਅਰ ਸਾਬਿਤ ਹੁੰਦੀ ਹੈ। ਐਰਾਬੈਲਾ goes to Australia. ਐਰਾਬੈਲਾ ਆਸਟ੍ਰੇਲੀਆ ਚਲੀ ਜਾਂਦੀ ਹੈ, whereas Jude starts focusing on his goal again. ਅਤੇ ਜੂਡ ਦੁਬਾਰਾ ਤੋਂ ਆਪਣੇ ਗੋਲ ਵੱਲ ਧਿਆਨ ਦੇਣ ਲੱਗ ਜਾਂਦਾ ਹੈ। He comes to know about the harsh reality that getting admission in the university is not easy. ਉੱਥੋਂ ਦੇ ਕੋਈ ਇੱਕ ਬਹੁਤ ਹੀ ਜ਼ਿਆਦਾ ਤਗੜੇ ਐਕੈਡਮਿਸ਼ੀਅਨ ਉਸਨੂੰ ਡੀਮੋਟੀਵੇਟ ਕਰ ਦਿੰਦੇ ਹਨ ਔਰ ਉਸਨੂੰ ਸੱਚਾਈ ਵੀ ਪਤਾ ਚੱਲਦੀ ਹੈ ਕਿ
ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਣ ਲਈ ਜਾਂ ਤਾਂ ਪੈਸੇ ਦੀ ਜ਼ਰੂਰਤ ਹੈ ਤੇ ਜਾਂ ਬਹੁਤ ਤਗੜੇ social status ਦਾ ਹੋਣਾ ਜ਼ਰੂਰੀ ਹੈ। So he could not take admission in the university. ਉਸ ਨੂੰ ਯੂਨੀਵਰਸਿਟੀ ਦੇ ਵਿੱਚ ਕੰਮ ਕਰਦੀ ਹੋਈ ਇੱਕ ਲੜਕੀ ਸੂ, ਜੋ ਕਿ ਉਸਦੀ ਹੀ ਕਜ਼ਨ ਹੈ, ਮਿਲਦੀ ਹੈ। ਉਸ ਦੇ ਨਾਲ ਉਸ ਨੂੰ ਦੇਖਦਿਆਂ ਸਾਰ ਹੀ ਪਿਆਰ ਹੋ ਜਾਂਦਾ ਹੈ। ਹਾਲਾਂਕਿ ਉਹ ਆਲਰੇਡੀ ਮੈਰਿਡ ਹੈ ਔਰ ਇਸੇ ਕਰਕੇ ਉਹ ਆਪਣੇ ਆਪ ਨੂੰ, ਉਹ ਆਪਣੀਆਂ ਭਾਵਨਾਵਾਂ ਨੂੰ ਉਸ ਵੱਲ ਸ਼ੋ ਨਹੀਂ ਕਰਦਾ ਤੇ ਆਪਣੇ ਆਪ ਨੂੰ ਕੰਟਰੋਲ ਕਰਦਾ ਹੈ। ਸੂ ਇਜ਼ ਆਲਰੇਡੀ ਡੂਇੰਗ ਅ ਜੌਬ ਇਨ ਦ ਯੂਨੀਵਰਸਿਟੀ। ਉੱਥੇ ਹੀ ਜੂਡ ਨੂੰ ਵੀ ਇੱਕ ਜੌਬ ਮਿਲ ਜਾਂਦੀ ਹੈ ਜੋ ਕਿ ਬਹੁਤ ਹੀ ਮੀਨੀਅਲ ਟਾਈਪ ਦੀ ਜੌਬ ਹੈ, ਪਰ ਫਿਰ ਉਹ ਉੱਥੇ ਹੀ ਜੌਬ ਕਰਨ ਲੱਗ ਜਾਂਦਾ ਹੈ ਯੂਨੀਵਰਸਿਟੀ ਦੇ ਵਿੱਚ। ਮਿਸਟਰ ਰਿਚਰਡ ਫਿਲਿਪਸਨ, who worked as a professor in this university, was rejected and he starts to do school teacher's job again. Mr. Richard Phillipson, जो कि एक प्रोफेसर सन इस यूनिवर्सिटी ਦੇ, ਉਹਨਾਂ ਨੂੰ ਰਿਜੈਕਟ ਕਰ ਦਿੱਤਾ ਜਾਂਦਾ ਹੈ ਔਰ ਉਹ ਦੁਬਾਰਾ ਸਕੂਲ ਟੀਚਰ ਦੀ ਜੌਬ ਤੇ ਆ ਜਾਂਦੇ ਹਨ। ਸੂ ਮਿਸਟਰ ਫਿਲਿਪਸਨ ਨੂੰ engagement ਕਰਨ ਲਈ ਕਹਿੰਦੀ ਹੈ, ਉਸਦੇ ਨਾਲ engagement ਕਰਨ ਲਈ ਕਹਿੰਦੀ ਹੈ। ਹਾਲਾਂਕਿ ਮਿਸਟਰ ਫਿਲਿਪਸਨ ਉਸ ਤੋਂ 20 ਸਾਲ ਵੱਡੇ ਹਨ। ਹਾਲਾਂਕਿ ਬਾਅਦ ਦੇ ਵਿੱਚ ਸੂ ਨੂੰ ਇਸ ਮਿਸਟੇਕ ਦਾ, ਇਸ ਗਲਤੀ ਦਾ ਅਹਿਸਾਸ ਹੁੰਦਾ ਹੈ ਕਿ ਉਸਨੇ ਮਿਸਟਰ ਫਿਲਿਪਸਨ ਦੇ ਨਾਲ ਸ਼ਾਦੀ ਕਰਕੇ ਗਲਤੀ ਕੀਤੀ। ਜੂਡ ਐਂਡ ਸੂ ਸਟਾਰਟ ਕਮਿੰਗ ਕਲੋਜ਼ਰ। ਜੂਡ ਅਤੇ ਸੂ ਦੋਨੋਂ ਹੀ ਕੋਲ ਆਉਣ ਲੱਗਦੇ ਹਨ, ਦੋਨਾਂ ਦੇ ਵਿੱਚ ਲਾਈਕਿੰਗ ਡਿਵੈਲਪ ਹੋ ਜਾਂਦੀ ਹੈ। ਜੂਡ ਲਾਈਕਸ ਸੂ ਅ ਲੋਟ। ਜੂਡ ਸੂ ਨੂੰ ਬਹੁਤ ਪਿਆਰ ਕਰਨ ਲੱਗ ਜਾਂਦਾ ਹੈ, ਪਰੰਤੂ ਸੂ ਦੀ ਕੀ ਫੀਲਿੰਗਸ ਹਨ ਉਹ ਨੋਵਲ ਦੇ ਵਿੱਚ ਇਸ ਫੇਜ਼ ਤੱਕ, ਇਸ ਪੁਆਇੰਟ ਤੱਕ ਕਲੀਅਰ ਨਹੀਂ ਹਨ ਕਿ ਉਹ ਜੂਡ ਬਾਰੇ ਕੀ ਸੋਚਦੀ ਹੈ। ਸੂ ਡਜ਼ ਨਾਟ ਹੈਵ ਫੇਥ ਇਨ ਰਿਲੀਜਨ। ਸੂ ਨੂੰ ਧਰਮ ਦੇ ਵਿੱਚ ਕੋਈ ਵਿਸ਼ਵਾਸ ਨਹੀਂ ਹੈ। ਸੂ ਨੂੰ ਜਦੋਂ ਪਤਾ ਲੱਗਦਾ ਹੈ ਕਿ ਜੂਡ ਆਲਰੇਡੀ ਮੈਰਿਡ ਹੈ, ਉਸਨੂੰ ਬਹੁਤ ਵੱਡਾ ਸ਼ੌਕ ਲੱਗਦਾ ਹੈ। ਇਸ ਕਰਕੇ ਉਹ ਦੁਬਾਰਾ ਆਪਣੇ ਡਿਸੀਜਨ ਤੇ ਜਾਂਦੀ ਹੈ ਔਰ engagement ਤੋਂ ਹੋਣ ਤੋਂ ਬਾਅਦ ਰਿਚਰਡ ਫਿਲਿਪਸਨ ਦੇ ਨਾਲ ਸ਼ਾਦੀ ਕਰ ਲੈਂਦੀ ਹੈ। ਜੂਡ ਇਸ ਦੇ ਰਿਜ਼ਲਟੈਂਟਲੀ ਡਿਪਰੈਸ਼ਨ ਦੇ ਵਿੱਚ ਚਲਾ ਜਾਂਦਾ ਹੈ ਔਰ ਬਹੁਤ ਸ਼ਰਾਬ ਪੀਣ ਲੱਗ ਜਾਂਦਾ ਹੈ। ਬਾਈ ਚਾਂਸ ਉਸਦੀ ਜਿਹੜੀ ਪਹਿਲੀ ਪਤਨੀ ਯਾਨੀ ਕਿ ਉਸਦੀ ਪਤਨੀ ਐਰਾਬੈਲਾ ਉਸਨੂੰ ਮਿਲਦੀ ਹੈ, ਜਿਸਨੇ ਕਿ ਉਸਨੂੰ, ਐਰਾਬੈਲਾ ਨੇ ਉਸਨੂੰ ਛੱਡ ਦਿੱਤਾ ਸੀ ਜੂਡ ਨੂੰ ਔਰ ਉਹ ਆਸਟ੍ਰੇਲੀਆ ਚਲੀ ਗਈ ਸੀ। ਉਹ ਆਸਟ੍ਰੇਲੀਆ ਤੋਂ ਵੈਸੈਕਸ ਦੇ ਵਿੱਚ ਵਾਪਸ ਆਉਂਦੀ ਹੈ ਔਰ ਉਹ ਜੂਡ ਨੂੰ ਮਿਲਦੀ ਹੈ। ਸੂ ਤੇ ਜੂਡ ਇਸ ਦੇ ਦੌਰਾਨ, ਸੂ ਉਸਦੀ ਲਵਰ ਤੇ ਜੂਡ ਆਪਸ ਦੇ ਵਿੱਚ ਮਿਲਦੇ ਰਹਿ ਰਹੇ ਹਨ। And Sue tells him about her unhappy marriage, ਜੋ ਕਿ ਮਿਸਟਰ ਰਿਚਰਡ ਫਿਲਿਪਸਨ ਦੇ ਨਾਲ ਜੋ ਦੀ ਮੈਰਿਜ ਹੈ, ਸੂ ਨੂੰ ਦੱਸਦੀ ਹੈ ਜੂਡ ਨੂੰ ਕਿ ਮੇਰੀ ਮੈਰਿਜ ਕੋਈ ਬਹੁਤ ਅੱਛੀ ਨਹੀਂ ਚੱਲ ਰਹੀ, ਬਹੁਤ ਅਨਹੈਪੀ ਮੈਰਿਜ ਹੈ, ਕਿਉਂਕਿ ਮੇਰੇ ਤੇ ਮੇਰੇ ਹਸਬੈਂਡ ਦੇ ਵਿੱਚ ਬਹੁਤ ਲੰਬੀ ਏਜ ਦਾ ਫਰਕ ਹੈ। ਸੂ tells her husband ਰਿਚਰਡ ਫਿਲਿਪਸਨ that she likes Jude। ਇੱਕ ਦਿਨ ਸੂ ਆਪਣੇ ਹਸਬੈਂਡ ਨੂੰ ਇਹ ਜ਼ਾਹਿਰ ਕਰ ਦਿੰਦੀ ਹੈ ਕਿ ਜੂਡ ਉਸਨੂੰ ਬੜਾ ਅੱਛਾ ਲੱਗਦਾ ਹੈ ਔਰ ਉਹ ਯਾਨੀ ਕਿ ਆਪਣੇ ਪਤੀ ਰਿਚਰਡ ਫਿਲਿਪਸਨ ਤੋਂ ਅਲੱਗ ਹੋਣਾ ਚਾਹੁੰਦੀ ਹੈ। ਮਿਸਟਰ ਰਿਚਰਡ ਫਿਲਿਪਸਨ ਇਸ ਗੱਲ ਲਈ ਸਹਿਮਤ ਹੋ ਜਾਂਦੇ ਹਨ ਔਰ ਉਹ ਉਸਨੂੰ ਪਰਮਿਸ਼ਨ ਦੇ ਦਿੰਦੇ ਹਨ ਕਿ ਤੂੰ ਜਾ ਕੇ ਜੂਡ ਨਾਲ ਰਹਿ ਸਕਦੀ ਹੈ। ਪਰ ਇਸ ਡਿਸੀਜਨ ਦਾ ਉਹਨਾਂ ਨੂੰ ਬਾਅਦ ਦੇ ਵਿੱਚ ਬਹੁਤ ਹੀ ਰਿਗਰੈਟ ਹੁੰਦਾ ਹੈ, ਕਿਉਂਕਿ ਉਹਨਾਂ ਦੀ ਜੌਬ ਅਤੇ ਉਹਨਾਂ ਦੀ ਸੋਸ਼ਲ ਰਿਸਪੈਕਟ ਇਸ ਡਿਸੀਜਨ ਦੇ ਨਾਲ ਖਤਮ ਹੋ ਜਾਂਦੀ ਹੈ। ਸੂ ਐਂਡ ਜੂਡ ਹੈਵ ਗੁੱਡ ਅੰਡਰਸਟੈਂਡਿੰਗ। ਸੂ ਤੇ ਜੂਡ ਦੇ ਆਪਸ ਵਿੱਚ ਬਹੁਤ ਅੰਡਰਸਟੈਂਡਿੰਗ ਹੈ ਔਰ ਉਹ ਦੋਨੋਂ ਆਪਸ ਵਿੱਚ ਇਕੱਠੇ ਰਹਿਣ ਲੱਗ ਜਾਂਦੇ ਹਨ, ਲੇਕਿਨ ਉਹ ਸ਼ਾਦੀ ਨਹੀਂ ਕਰਾਉਂਦੇ ਹਨ ਕਿਉਂਕਿ ਦੋਨਾਂ ਦੀ ਅਲੱਗ-ਅਲੱਗ ਸ਼ਾਦੀ ਹੋਈ ਹੋਈ ਹੈ। ਦੂਸਰੇ ਪਾਸੇ on the other hand, Arabella tells Jude that she had actually got pregnant when they both had been married. ਐਰਾਬੈਲਾ ਉਹਦੀ ਜੂਡ ਦੀ ਵਾਈਫ ਜੋ ਕਿ ਆਸਟ੍ਰੇਲੀਆ ਚਲੀ ਗਈ ਸੀ,
ਉਹ ਜੂਡ ਨੂੰ ਇਸ ਦੌਰਾਨ ਦੱਸਦੀ ਹੈ ਕਿ ਐਕਚੁਅਲੀ ਉਹ ਪ੍ਰੈਗਨੈਂਟ ਹੋ ਗਈ ਸੀ ਜੂਡ ਦੇ ਬੱਚੇ ਤੋਂ, ਔਰ ਜਦੋਂ ਉਹਨਾਂ ਦੀ ਸ਼ਾਦੀ ਹੋਈ ਸੀ ਉਹ ਉਹਨਾਂ ਨੂੰ ਉਸ ਨੂੰ ਇਹ ਵੀ ਦੱਸਦੀ ਹੈ ਕਿ ਉਸ ਦੇ ਜਾਣ ਤੋਂ ਆਸਟ੍ਰੇਲੀਆ ਪਹੁੰਚਣ ਤੇ ਉਸ ਤੋਂ ਐਗਜ਼ੈਕਟਲੀ 8 ਮਹੀਨਿਆਂ ਬਾਅਦ ਉਸ ਤੇ ਇੱਕ ਬੱਚਾ ਪੈਦਾ ਹੋਇਆ ਸੀ। She also tells him that the child was born 8 months after she had gone to Australia. So, she has Jude's son and it is his responsibility to take care of the child. ਉਹ ਸਾਰੀ ਉਸ ਬੱਚੇ ਦੀ ਜ਼ਿੰਮੇਵਾਰੀ ਜੂਡ ਦੇ ਸਿਰ ਤੇ, ਜੂਡ ਦੇ ਮੋਢਿਆਂ ਤੇ ਪਾ ਦਿੰਦੀ ਹੈ, ਕਿਉਂਕਿ ਉਹ ਕਹਿ ਦਿੰਦੀ ਹੈ ਕਿ ਜੂਡ ਦਾ ਹੀ ਸਨ ਹੈ ਜਿਹੜਾ ਕਿ ਮੇਰੇ ਕੋਲ ਹੈ। Sue and Jude agree to keep that unwanted child. ਹਾਲਾਂਕਿ ਸੂ ਅਤੇ ਜੂਡ ਨੇ ਸ਼ਾਦੀ ਨਹੀਂ ਕਰਾਈ, ਵਿਆਹ ਨਹੀਂ ਕਰਾਇਆ, ਲੇਕਿਨ ਉਹ ਇਕੱਠੇ ਰਹਿ ਰਹੇ ਹਨ, ਪਰ ਉਹ ਫਿਰ ਵੀ ਉਸ ਬੱਚੇ ਨੂੰ ਰੱਖਣ ਦੀ ਜ਼ਿੰਮੇਵਾਰੀ ਸਹੇੜ ਲੈਂਦੇ ਹਨ। That child is nameless. ਉਸ ਚਾਈਲਡ ਦਾ ਕੋਈ ਨਾਮ ਨਹੀਂ ਦੱਸਿਆ ਗਿਆ। ਬਹੁਤ ਹੀ ਸੀਰੀਅਸ ਤੇ ਬਹੁਤ ਹੀ ਉਦਾਸ ਟਾਈਪ ਦਾ ਬੱਚਾ ਹੈ, ਜਿਸ ਦੀ ਜ਼ਿੰਦਗੀ ਦੇ ਵਿੱਚ ਕੋਈ ਰੰਗ ਨਹੀਂ, ਕੋਈ ਮਜ਼ਾਕ ਨਹੀਂ, ਔਰ ਬਹੁਤ ਹੀ straight, poker faced and very sad child, depressed child ਹੈ। ਤਾਂ ਸੂ ਤੇ ਜੂਡ ਉਸ ਚਾਈਲਡ ਨੂੰ ਨਾਮ ਦਿੰਦੇ ਹਨ ਲਿਟਲ ਫਾਦਰ ਟਾਈਮ। ਲਿਟਲ ਫਾਦਰ ਟਾਈਮ। ਜੂਡ ਐਂਡ ਸੂ ਆਰ ਨਾਟ ਮੈਰਿਡ, ਔਰ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਵਿਕਟੋਰੀਅਨ ਸੋਸਾਇਟੀ ਦੇ ਵਿੱਚ ਉਸ ਟਾਈਮ ਤੇ ਇੱਕ ਐਕਸੈਪਟੇਬਲ ਨਹੀਂ ਸੀ। Jude and Sue are not married as it was not acceptable in those times to live together this way. So ਉਸ ਦੌਰਾਨ ਇਸ ਚੀਜ਼ ਨੂੰ acceptance ਨਹੀਂ ਦਿੱਤੀ ਜਾਂਦੀ ਸੀ ਸਮਾਜ ਵੱਲੋਂ। They start losing social respect due to live-in relationship, ਜਿਹਨੂੰ ਆਪਾਂ ਅੱਜ ਕੱਲ੍ਹ live-in relationship ਦਾ ਨਾਮ ਦਿੰਦੇ ਹਾਂ। ਉਸ ਕਾਰਨ ਕਰਕੇ ਉਹਨਾਂ ਦੀ ਇੱਕ ਸੁਸਾਇਟੀ ਦੇ ਵਿੱਚ ਰਿਸਪੈਕਟ ਖਤਮ ਹੋਣੀ ਸ਼ੁਰੂ ਹੋ ਗਈ। ਕੋਈ ਵੀ ਉਹਨਾਂ ਨੂੰ ਨੌਕਰੀ ਨਹੀਂ ਦੇ ਰਿਹਾ ਸੀ। Nobody was giving them a job. Their love gets intense. ਲੇਕਿਨ ਕਿਉਂਕਿ ਉਹ ਇਕੱਠੇ ਰਹਿ ਰਹੇ ਸਨ, ਉਹਨਾਂ ਦੇ ਪਿਆਰ ਬਹੁਤ ਵੱਧ ਗਿਆ, ਹੌਲੀ ਹੌਲੀ ਵਧਣਾ ਸ਼ੁਰੂ ਹੋ ਗਿਆ। And 2 children are born to this unmarried couple. ਔਰ ਅਣਵਿਆਹੇ ਜੋੜੇ ਦੇ 2 ਬੱਚੇ ਹੁੰਦੇ ਹਨ। They start taking care of 3 children. 3 children ਕਿਵੇਂ ਹੋਏ? 2 ਉਹਨਾਂ ਦੇ ਆਪਣੇ ਬੱਚੇ ਅਤੇ ਤੀਸਰਾ Little Father Time, born by Arabella, ਜੋ ਕਿ Arabella ਅਤੇ ਜੂਡ ਦਾ ਬੱਚਾ ਹੈ। But Jude gets sick. ਅਚਾਨਕ ਜੂਡ ਬਹੁਤ ਬਿਮਾਰ ਹੋ ਜਾਂਦਾ ਹੈ, ਲੇਕਿਨ ਫਿਰ ਠੀਕ ਹੋ ਜਾਂਦਾ ਹੈ। He introspects. ਉਹ ਆਪਣੇ ਅੰਦਰ ਸੋਚ ਵਿਚਾਰ ਕਰਦਾ ਹੈ, ਝਾਕਦਾ ਹੈ ਅਤੇ ਸੋਚਦਾ ਹੈ ਉਸ ਡ੍ਰੀਮ ਬਾਰੇ ਜੋ ਕਿ ਉਸਨੇ ਯੂਨੀਵਰਸਿਟੀ ਜਾ ਕੇ ਪੜ੍ਹਨ ਦਾ ਸੋਚਿਆ ਸੀ। He again wants to study. ਉਹ ਦੁਬਾਰਾ ਪੜ੍ਹਨਾ ਚਾਹੁੰਦਾ ਹੈ। But the problems get increased day by day. ਲੇਕਿਨ ਉਹਨਾਂ ਦੇ ਇਸ ਤਰ੍ਹਾਂ ਰਹਿਣ ਨਾਲ ਤੇ 3 ਬੱਚੇ ਹਾਂ ਉਹਨਾਂ ਦੇ ਨਾਲ, ਤਾਂ ਪ੍ਰੋਬਲਮਸ ਉਹਨਾਂ ਦੀਆਂ ਵੱਧਦੀਆਂ ਹੀ ਜਾਂਦੀਆਂ ਹਨ। Finally, they both get separated. ਮੁਸੀਬਤਾਂ ਇੰਨੀਆਂ ਵੱਧ ਜਾਂਦੀਆਂ ਹਨ, ਦੋਨਾਂ ਦੇ ਵਿੱਚ ਬਹੁਤ ਜ਼ਿਆਦਾ ਝਗੜੇ ਹੋਣ ਲੱਗ ਜਾਂਦੇ ਹਨ ਅਤੇ ਦੋਨੋਂ ਅਲੱਗ ਹੋ ਜਾਂਦੇ ਹਨ। ਜੂਡ ਇਕੱਲਾ ਰਹਿਣ ਲੱਗ ਜਾਂਦਾ ਹੈ। ਜੂਡ starts living alone. Sue starts living with the 3 children. ਔਰ ਸੂ ਉਹਨਾਂ 3 ਬੱਚਿਆਂ ਦੇ ਨਾਲ ਰਹਿਣ ਲੱਗ ਜਾਂਦੀ ਹੈ। ਲਿਟਲ ਫਾਦਰ ਟਾਈਮ, ਜੋ ਕਿ ਸਭ ਤੋਂ ਵੱਡਾ ਬੱਚਾ ਹੈ ਅਤੇ ਜੂਡ ਤੇ ਐਰਾਬੈਲਾ ਦੀ ਸੰਤਾਨ ਹੈ, gets into depression. ਉਹ ਡਿਪਰੈਸ਼ਨ 'ਚ ਚਲਾ ਜਾਂਦਾ ਹੈ। ਉਹ ਸੋਚਦਾ ਹੈ ਕਿ we are too many, ਯਾਨੀ ਕਿ ਅਸੀਂ 3 ਜਿਹੜੇ ਬੱਚੇ ਹਾਂ ਉਹ ਬਹੁਤ ਜ਼ਿਆਦਾ ਬੱਚੇ ਹਾਂ ਔਰ ਅਸੀਂ ਹੀ ਜ਼ਿੰਮੇਦਾਰ ਹਾਂ ਸਾਡੇ ਮਾਂ-ਬਾਪ ਦੀ ਜ਼ਿੰਦਗੀ ਨੂੰ ਖਰਾਬ ਕਰਨ ਲਈ ਔਰ ਉਹਨਾਂ ਦੀ ਸੋਸ਼ਲ ਰਿਸਪੈਕਟ ਨੂੰ ਘਟਾਉਣ ਲਈ। ਉਹ ਆਪਣੇ ਆਪ ਨੂੰ ਬਲੇਮ ਕਰਦਾ ਹੈ ਐਂਡ the 2 kids, ਔਰ ਦੋਨਾਂ 2 ਬੱਚਿਆਂ ਨੂੰ ਵੀ, ਕਿ ਅਸੀਂ ਹੀ ਫਸਾਦ ਦੀ ਜੜ ਹਾਂ। Little Father Time gets into depression as he blames himself and the 2 kids to be the root cause of Jude and Sue's all problems. The next day, what Sue and Jude witnessed was shocking, as Little Father Time had killed the 2 kids and hanged himself too. ਅਗਲੇ ਦਿਨ ਕੀ ਦੇਖਦੇ ਹਨ ਕਿ ਸੂ ਤੇ ਜੂਡ ਨੇ ਦੇਖਿਆ, ਬਹੁਤ ਹੀ ਸ਼ੌਕਿੰਗ ਸੀਨ ਵਿਟਨੈਸ ਕੀਤਾ ਕਿ ਲਿਟਲ ਫਾਦਰ ਟਾਈਮ, ਜੋ ਵੱਡਾ ਲੜਕਾ ਸੀ, ਉਸਨੇ ਦੋਨੋਂ ਬੱਚਿਆਂ ਦਾ ਕਤਲ ਕਰ ਦਿੱਤਾ ਸੀ, ਮਾਰ ਦਿੱਤਾ ਸੀ ਉਹਨਾਂ ਨੂੰ ਔਰ ਖੁਦ ਵੀ ਲਟਕ ਕੇ ਖੁਦਕੁਸ਼ੀ ਕਰ ਲਈ ਸੀ। Sue blames herself for this horrifying incident
as she didn't have faith in religion and had left her husband. ਸੂ ਨੂੰ ਇੰਜ ਲੱਗਿਆ ਕਿ ਪਰਮਾਤਮਾ ਨੇ ਉਸਨੂੰ ਪਾਪਾਂ ਦਾ ਦੇ ਲਈ ਪਨਿਸ਼ ਕੀਤਾ ਹੈ ਔਰ ਉਹ ਪਾਪ ਸਨ ਕਿ ਇੱਕ ਤਾਂ ਉਸਨੂੰ ਧਰਮ ਦੇ ਵਿੱਚ ਕੋਈ ਵੀ ਫੇਥ ਨਹੀਂ ਸੀ, ਭਰੋਸਾ ਨਹੀਂ ਸੀ, ਔਰ ਦੂਸਰਾ ਉਹਨੇ ਇੱਕ ਵੱਡਾ ਪਾਪ ਕੀਤਾ ਸੀ ਆਪਣੇ ਪਤੀ ਨੂੰ ਛੱਡ ਕੇ ਔਰ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਝੂਠ ਨਾਲ ਰਹਿ ਕੇ। ਟੂ ਰਿਪੈਂਟ ਸ਼ੀ ਗੋਜ਼ ਬੈਕ, ਆਪਣੇ ਪਛਤਾਤਾਪ ਕਰਨ ਲਈ ਉਹ ਵਾਪਸ ਆਪਣੇ ਹਸਬੈਂਡ ਮਿਸਟਰ ਰਿਚਰਡ ਫਿਲਟਸਨ ਕੋਲ ਚਲੀ ਜਾਂਦੀ ਹੈ। though she has love for Jude still, ਹਾਲਾਂਕਿ ਉਹ ਅਜੇ ਵੀ ਜੂਡ ਨੂੰ ਬਹੁਤ ਪਿਆਰ ਕਰਦੀ ਹੈ, ਦਿਲੋਂ ਚਾਹੁੰਦੀ ਹੈ। Jude had to forcefully stay with Arabella. ਜੂਡ ਨੂੰ ਜ਼ਬਰਦਸਤੀ ਐਰਾਬੈਲਾ ਦੇ ਨਾਲ ਰਹਿਣਾ ਪੈਂਦਾ ਹੈ। both the marriages go unsuccessful. ਦੋਨੋਂ ਹੀ marriages totally flop ਹੋ ਜਾਂਦੀਆਂ ਹਨ, unsuccessful ਹੋ ਜਾਂਦੀਆਂ ਹਨ। Jude gets very sick. Resultantly ਕੀ ਹੁੰਦਾ ਹੈ, ਜੂਡ ਬਹੁਤ ਜ਼ਿਆਦਾ ਬਿਮਾਰ ਹੋ ਜਾਂਦਾ ਹੈ, but desires to meet Sue once. ਲੇਕਿਨ ਉਸਦੀ ਇੱਛਾ ਹੈ ਕਿ ਇੱਕ ਵਾਰੀ ਉਹ ਸੂ ਨੂੰ ਜ਼ਰੂਰ ਮਿਲੇ। ਸੋ ਉਹ ਬਾਰਿਸ਼ ਦੇ ਵਿੱਚ ਸੂ ਨੂੰ ਮਿਲਣ ਲਈ ਜਾਂਦਾ ਹੈ ਔਰ ਉਸਨੂੰ ਕਿਸ ਕਰਦਾ ਹੈ। ਸੂ ਗੁੱਸੇ ਦੇ ਵਿੱਚ ਉਸਨੂੰ ਬਹੁਤ ਬੁਰੇ ਤਰੀਕੇ ਨਾਲ ਧਕੇਲ ਦਿੰਦੀ ਹੈ ਪਿੱਛੇ, ਜਿਸਦੇ ਔਰ ਉਹ ਪਹਿਲਾਂ ਤੋਂ ਹੀ ਬਿਮਾਰ ਸੀ। ਉਹ ਜਦ ਨੂੰ ਘਰ ਪਹੁੰਚਦਾ ਹੈ ਨਾਲ ਦੀ ਨਾਲ ਉਸਦੀ ਡੈਥ ਹੋ ਜਾਂਦੀ ਹੈ। ਪੈਰਲਲੀ ਐਰਾਬੈਲਾ ਇੱਕ ਹੋਰ ਹਸਬੈਂਡ ਦੀ ਤਲਾਸ਼ ਦੇ ਵਿੱਚ ਰੁੱਝ ਜਾਂਦੀ ਹੈ। That's all about the novel Jude the Obscure. Thank you very much.